ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਜਿਹੜਾ ਆਪਣਾ ਹੈੱਡ ਕਾਂਸਟੇਬਲ ਦਾ ਪੇਪਰ ਹੋਇਆ ਉਹਦੇ ਰਿਲੇਟਡ। ਸਭ ਤੋਂ ਪਹਿਲਾਂ ਮੈਂ ਸਾਰੇ ਬੱਚਿਆਂ ਨੂੰ ਵਧਾਈ ਦਿੰਦਾ ਹੈਗਾ ਕਿ ਬਹੁਤ ਸਾਰਾ ਸਿਲੇਬਸ ਜਿਹੜਾ ਆਪਣੇ ਕਰਵਾਏ ਹੋਏ ਵਿੱਚੋਂ ਆ ਰਿਹਾ ਹੈਗਾ, ਅਤੇ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਵਧਾਈ ਭਾਈ। ਅਤੇ ਜਿਹੜੇ ਬੱਚੇ ਨੂੰ ਕੋਈ ਸ਼ੱਕ ਸੀ ਉਹ ਉਹਨਾਂ ਦਾ ਹੁਣ ਨਿਕਲ ਗਿਆ ਹੋਣਾ ਗਾ ਕਿ ਠੀਕ ਹੈ ਕਿ ਪੇਪਰ ਕਿੱਥੋਂ ਪਾਏ ਜਾ ਰਹੇ ਹੈ। ਬਾਕੀ ਜਿਹੜੇ ਪੇਪਰ ਦੇ ਵਿੱਚ ਪ੍ਰਸ਼ਨ ਆਏ ਉਹਨਾਂ ਬਾਰੇ ਮੈਂ ਚਰਚਾ ਕਰੂੰਗਾ। ਠੀਕ ਹੈ, ਆਪਾਂ ਇਕੱਲੇ ਜੀਕੇ ਦਾ ਹੀ ਐਨਾਲਿਸਿਸ ਕਰਾਂਗੇ। ਮੈਥ ਅਤੇ ਰੀਜਨਿੰਗ ਐਨਾਲਿਸਿਸ ਆਪਾਂ ਪੇਪਰ ਹੋਣ ਤੋਂ ਬਾਅਦ ਕਰਾਂਗੇ। ਠੀਕ ਹੈ, ਸਾਰੇ ਕੈਂਡੀਡੇਟ ਜ਼ਰੂਰ ਦੇਖਣ ਕਿਸ ਤਰ੍ਹਾਂ ਦਾ ਆ ਰਿਹਾ ਪੇਪਰ ਦਾ ਲੈਵਲ, ਕਾਂਸਟੇਬਲ ਦਾ ਲੈਵਲ ਕੀ ਹੋਵੇਗਾ। ਠੀਕ ਹੈ, ਤਾਂ ਦੇਖੋ ਵੀ ਇਹਦੇ ਬਾਰੇ ਆਪਾਂ ਚਰਚਾ ਕਰਦੇ ਅੱਗੇ ਜਾ ਕੇ। ਦੇਖੋ ਬੱਚਿਓ, ਪਹਿਲਾ ਪ੍ਰਸ਼ਨ ਉਹਨਾਂ ਵੱਲੋਂ ਇਹ ਪੁੱਛਿਆ ਗਿਆ ਹੈਗਾ, ਕਿਉਂਕਿ ਮੈਂ ਜਿਵੇਂ ਬੱਚਿਆਂ ਨੂੰ ਪੁੱਛਿਆ ਉਹਨਾਂ ਨੇ ਦੱਸਿਆ ਉਵੇਂ ਜਿਵੇਂ ਮੈਂ ਇਹ ਤੁਹਾਨੂੰ ਦਿਖਾ ਰਿਹਾ ਹੈਗਾ। ਦੇਖੋ ਇਹ ਕੀ ਕਹਿ ਰਹੇ ਨੇ ਇਹਦੇ ਵਿੱਚ। ਇਹ 'ਚ ਪਹਿਲਾ ਪ੍ਰਸ਼ਨ ਇਹ ਪੁੱਛਿਆ ਗਿਆ ਕਿ ਇੰਡੀਆ ਨੇ 2021 ਦੇ ਵਿੱਚ ਜਿਹੜੀਆਂ ਓਲੰਪਿਕ ਖੇਡਾਂ ਹੋਈਆਂ ਆਪਣੀ ਉਹਦੇ ਵਿੱਚ ਕਿੰਨੇ ਮੈਡਲ ਜਿੱਤੇ ਹਨ। ਦੇਖੋ ਤੁਹਾਨੂੰ ਕਰਵਾਇਆ ਸੀ ਕਿ 2020 ਦੇ ਵਿੱਚ ਪਹਿਲਾਂ ਓਲੰਪਿਕ ਗੇਮਾਂ ਹੋਣੀਆਂ ਸੀ, ਫਿਰ 2021 ਦੇ ਵਿੱਚ ਹੋ ਗਈਆਂ ਜਾ ਕੇ। ਠੀਕ ਹੈ, ਇੱਕ ਤਾਂ ਇਹ ਗੱਲ ਹੈਗੀ। ਦੂਸਰੀ ਗੱਲ, ਓਲੰਪਿਕ ਖੇਡਾਂ ਵਿੱਚ ਤੁਹਾਨੂੰ ਮੈਂ ਕਰਵਾ ਕੇ ਗਿਆ ਹੋਇਆ। ਜਿਹੜੇ ਬੱਚਿਆਂ ਨੇ ਨਹੀਂ ਦੇਖਿਆ ਤਾਂ ਜਿਨ੍ਹਾਂ ਬੱਚਿਆਂ ਨੂੰ ਯਕੀਨ ਨਹੀਂ ਹੈਗਾ ਤਾਂ ਉਹ ਜਾ ਕੇ ਦੇਖ ਸਕਦੇ ਆ ਬੱਚੋ। ਓਲੰਪਿਕ ਵਾਲਾ ਇੱਕ ਅਲੱਗ ਤੋਂ ਵੀਡੀਓ ਲੱਗੀ ਹੋਈ, 2 ਵੀਡੀਓ ਲੱਗੀਆਂ ਹੋਈਆਂ ਹੋਣਗੀਆਂ ਆਪਣੀਆਂ, ਇੱਕ ਫਸਟ ਇੱਕ ਸੈਕਿੰਡ। ਠੀਕ ਹੈ, ਉਹਦੇ ਵਿੱਚ ਜਾ ਕੇ ਚੈੱਕ ਕਰੋ ਤੁਹਾਨੂੰ ਕਰਵਾਇਆ ਕਿ ਇੰਡੀਆ ਨੇ ਕੋਲ ਕਿੰਨੇ ਮੈਡਲ ਜਿੱਤੇ ਆ ਭਾਈ। ਇੰਡੀਆ ਨੇ ਕੋਲ 7 ਮੈਡਲ ਜਿੱਤੇ ਆ। ਠੀਕ ਹੈ, ਇਹਨਾਂ ਦੇ ਵਿੱਚੋਂ ਗੋਲਡ ਮੈਡਲ ਆਪਾਂ ਕਿੰਨਾ ਜਿੱਤਿਆ, ਇੱਕ ਗੋਲਡ ਮੈਡਲ ਜਿੱਤਿਆ ਹੈਗਾ। ਉਹ ਜਿਹੜਾ ਗੋਲਡ ਮੈਡਲ ਜਿੱਤਿਆ ਉਹ ਕਿਹਨੇ ਜਿੱਤਿਆ, ਉਹ ਜਿੱਤਿਆ ਨੀਰਜ ਚੋਪੜਾ ਨੇ। ਅਤੇ ਨੀਰਜ ਚੋਪੜਾ ਨੇ ਕਾਹਦੇ ਵਿੱਚ ਲਿੱਤਾ ਹੈਗਾ, ਜੈਵਲਿਨ ਥਰੋ ਦੇ ਵਿੱਚ। ਠੀਕ ਹੈ, ਜਿਹੜਾ ਉਹ ਨਿਸ਼ਾਨ ਜਾ ਛੱਡਦੇ ਹੁੰਦੇ ਆ। ਇਸ ਤੋਂ ਬਾਅਦ ਆਪਾਂ ਦੂਸਰੇ ਨੰਬਰ 'ਤੇ ਜਿੱਤੇ ਆ 4 ਬਰਨੌਜ। ਠੀਕ ਹੈ, ਬਰਨੌਜ ਜਿਹੜੇ ਹੁੰਦੇ ਆ ਕਾਂਸੇ ਵਾਲੇ। ਠੀਕ ਹੈ, ਉਹ ਜਿੱਤੇ ਆਪਾਂ, ਇਹ ਗੱਲ ਯਾਦ ਰੱਖਣੀ ਹੈ। ਅਤੇ ਬਾਕੀ 2 ਕਿੰਨੇ ਜਿੱਤੇ ਆਪਾਂ, 2 ਜਿੱਤੇ ਆਪਾਂ ਸਿਲਵਰ। ਇਹ ਗੱਲ ਯਾਦ ਰੱਖਣਾ, 4 ਕਾਂਸੇ ਵਾਲੇ 2 ਸਿਲਵਰ, ਇਹ ਜਿੱਤੇ ਆਪਣੇ। ਤਾਂ ਇਹਦੇ 'ਤੇ ਇੱਕ ਪ੍ਰਸ਼ਨ ਆਇਆ ਬੱਚੋ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਅਗਲੇ ਪ੍ਰਸ਼ਨ ਬਾਰੇ। ਅਤੇ ਇੱਕ ਗੱਲ ਹੋਰ, ਜਿਹੜੇ ਸਭ ਤੋਂ ਜ਼ਿਆਦਾ ਮੈਡਲ ਜਿੱਤੇ ਉਹ ਤੁਹਾਨੂੰ ਪਤਾ ਕਿ ਕਿਹਨੇ ਜਿੱਤੇ ਆ, USA ਅਮਰੀਕਾ ਨੇ ਜਿੱਤਿਆ ਸਭ ਤੋਂ ਜ਼ਿਆਦਾ। ਠੀਕ ਹੈ, ਦੂਸਰੇ ਨੰਬਰ 'ਤੇ ਕਿਹਨੇ ਜਿੱਤਿਆ, ਚਾਈਨਾ ਨੇ। ਤੀਸਰੇ ਨੰਬਰ 'ਤੇ ਜਿੱਤੇ ਆਪਣੇ ਜਾਪਾਨ ਨੇ। ਇਹ ਗੱਲ ਵੀ ਤੁਸੀਂ ਯਾਦ ਰੱਖਣੀ ਹੈ, ਇਹ ਕਰਵਾਇਆ ਹੋਇਆ ਸਪੈਸ਼ਲ ਲੈਕਚਰ ਲੱਗਿਆ ਹੋਇਆ ਇਹ ਚੀਜ਼ ਦਾ। ਇਸ ਤੋਂ ਬਾਅਦ ਬੱਚੋ ਅਗਲਾ ਪ੍ਰਸ਼ਨ ਇਹਨੇ ਲਿਖਿਆ ਸੀ ਜਿਹੜਾ ਰਾਜੀਵ ਖੇਡ ਰਤਨ ਹੈ ਇਹਦਾ ਨਾਮ ਬਦਲ ਕੇ ਕੀ ਰੱਖਿਆ ਗਿਆ ਹੈਗਾ। ਤਾਂ ਭਾਈ ਜਿਹੜਾ ਨਾਮ ਬਦਲ ਕੇ ਰੱਖਿਆ ਗਿਆ ਸਾਰੇ ਬੱਚਿਆਂ ਨੂੰ ਪਤਾ ਹੈਗਾ, ਮੇਜਰ ਧਿਆਨ ਚੰਦ। ਠੀਕ ਹੈ, ਮੇਜਰ ਧਿਆਨ ਚੰਦ ਜਿਹੜਾ ਨਾਮ ਬਦਲ ਕੇ ਰੱਖਿਆ ਗਿਆ, ਇਹ ਗੱਲ ਵੀ ਤੁਸੀਂ ਯਾਦ ਕਰਨੀ ਹੈ। ਠੀਕ ਹੈ ਜੀ, ਇਹ ਪ੍ਰਸ਼ਨ ਵੀ ਪੇਪਰ ਦੇ ਵਿੱਚ ਆਇਆ ਹੋਇਆ ਹੈਗਾ। ਇਸ ਤੋਂ ਬਾਅਦ ਬੱਚੋ ਅਗਲਾ ਪ੍ਰਸ਼ਨ ਪੁੱਛਿਆ ਗਿਆ ਸੀ ਇਹ। ਠੀਕ ਹੈ, ਅਗਲਾ ਪ੍ਰਸ਼ਨ ਇਹ ਪੁੱਛਿਆ ਗਿਆ ਸੀ, ਦੇਖੋ BBC ਇੰਡੀਅਨ ਸਪੋਰਟਸਮੈਨ ਆਫ ਦਾ ਈਅਰ ਅਵਾਰਡ ਕਿਹਨੂੰ ਜਿੱਤਿਆ ਹੈਗਾ। BBC ਸਪੋਰਟਸ ਵੂਮੈਨ ਆਫ ਦਾ ਈਅਰ ਅਵਾਰਡ 2021 ਕਿਸ ਨੇ ਜਿੱਤਿਆ ਹੈਗਾ, ਇਹ ਗੱਲ ਪੁੱਛੀ ਗਈ ਸੀ। ਤਾਂ ਇਹ ਭਾਈ ਜਿੱਤਿਆ ਹੈਗਾ ਆਪਣਾ, ਠੀਕ ਹੈ, ਕਨੇਰੂ ਹੰਪੀ ਨੇ। ਠੀਕ ਹੈ, ਕਨੇਰੂ ਹੰਪੀ ਨੇ ਜਿੱਤਿਆ। ਕਿਹਨੇ ਦਿੱਤਾ ਇਹ ਅਵਾਰਡ, BBC ਹਿੰਦੀ ਨੇ। ਠੀਕ ਹੈ, ਇੰਡੀਆ ਦੇ ਵਿੱਚ। ਤਾਂ ਇਹ ਗੱਲ ਵੀ ਯਾਦ ਰੱਖਣਾ। ਦੂਸਰਾ ਪ੍ਰਸ਼ਨ ਭਾਈ ਪੇਪਰ ਦੇ ਵਿੱਚ ਇਹ ਪੁੱਛਿਆ ਗਿਆ ਹੈਗਾ। ਠੀਕ ਹੈ, ਅਤੇ ਇਹਦੇ ਬਾਰੇ ਵੀ ਡਿਟੇਲ ਤੁਸੀਂ ਗੂਗਲ 'ਤੇ ਸਰਚ ਕਰਕੇ ਚੈੱਕ ਕਰ ਲਿਓ, ਕਿਉਂਕਿ ਇਹਨਾਂ ਦਾ ਕਈ ਵਾਰੀ ਜਦੋਂ ਲੇਬਲ ਬਣਾਉਂਦੇ ਨਾ ਇਕੱਠਾ ਬਣਾਉਂਦੇ ਆ ਪੇਪਰ ਇਹ, ਤਾਂ ਉਹਦੇ ਵਿੱਚ ਅਤੇ ਇਹ ਜਿਹੀਆਂ ਥੋੜ੍ਹੀਆਂ ਮੋਟੀਆਂ ਪ੍ਰਸ਼ਨ ਕਈ ਵਾਰੀ ਰਿਪੀਟ ਹੋ ਜਾਂਦੇ, ਗੱਲ ਯਾਦ ਰੱਖਣੀ ਹੈ। ਠੀਕ ਹੈ, ਇਸ ਤੋਂ ਬਾਅਦ ਬੱਚੋ ਆਹ ਪ੍ਰਸ਼ਨ ਪੁੱਛਿਆ ਗਿਆ ਸੀ ਇੱਕ ਪੇਪਰ ਦੇ ਵਿੱਚ, ਕਹਿੰਦੇ ਅਫਗਾਨਿਸਤਾਨ ਅਤੇ ਤਾਲੀਬਾਨ ਦੀ ਲੜਾਈ ਵਿੱਚੋਂ ਕਿਹੜਾ ਦੇਸ਼ ਪਿੱਛੇ ਹਟ ਗਿਆ ਹੈ। ਕਿਹੜਾ ਦੇਸ਼ ਪਿੱਛੇ ਹਟਿਆ ਭਾਈ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ, USA ਪਿੱਛੇ ਹਟ ਗਿਆ। USA ਨੇ ਇਹ ਗੱਲ ਕਹੀ ਹੈ, ਜਿਹੜਾ ਇੱਥੋਂ ਦਾ 46ਵੇਂ ਨੰਬਰ ਦਾ ਜੋਏ ਬਿਡਨ ਹੈਗਾ, ਜੋਏ ਬਿਡਨ ਨੇ ਇਹ ਗੱਲ ਕਹੀ ਹੈ ਕਿ ਭਾਈ ਇਹ ਤੁਹਾਡੇ ਆਪ ਦੇ ਦੇਸ਼ ਦਾ ਮਸਲਾ, ਇਹਨੂੰ ਤੁਸੀਂ ਆਪ ਨਿਬੇੜੋ ਅਤੇ ਅਸੀਂ ਆਪਦੇ ਸੈਨਿਕਾਂ ਨੂੰ ਮਰਦੇ ਹੋਏ ਨਹੀਂ ਦੇਖ ਸਕਦੇ। ਠੀਕ ਹੈ, ਤਾਂ ਇਹ ਗੱਲ ਕਿਹਨੇ ਕਹੀ ਹੈ, USA ਨੇ ਕਹੀ ਹੈ। ਅਤੇ USA ਨੇ ਅਫਗਾਨਿਸਤਾਨ ਦੇ ਤਾਲੀਬਾਨ ਦੀ ਲੜਾਈ ਦੇ ਵਿੱਚੋਂ ਆਪਣੇ ਆਪ ਨੂੰ ਪਿੱਛੇ ਹਟਾ ਲਿਆ। ਇਹ ਪ੍ਰਸ਼ਨ ਵੀ ਪੇਪਰ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਮਤਲਬ ਬਹੁਤ ਜ਼ਰੂਰੀ ਤੱਤ ਦੇ ਵਿੱਚੋਂ ਪੁੱਛਿਆ ਗਿਆ ਹੈਗਾ। ਤੁਹਾਨੂੰ ਗੱਲ ਆਮ ਨੋਰਮਲੀ ਪਤਾ ਹੋਊਗਾ ਇਹਦੇ ਬਾਰੇ ਤਾਂ। ਠੀਕ ਹੈ ਜੀ, ਹੁਣ ਚੱਲਦੇ ਆਪਾਂ ਅਗਲੇ 'ਤੇ। ਇਸ ਤੋਂ ਬਾਅਦ ਬੱਚੋ ਅਗਲਾ ਪ੍ਰਸ਼ਨ ਇਹ ਪੁੱਛਿਆ ਗਿਆ ਕਿ ਚਾਈਲਡ ਸੈਕਸ ਰੇਸ਼ੋ ਹੈ ਜਿਹੜੀ 2011 ਦੇ ਵਿੱਚ ਉਹ ਕਿੰਨੀ ਹੈ। ਠੀਕ ਹੈ, ਚਾਈਲਡ ਸੈਕਸ ਰੇਸ਼ੋ 2011 ਦੇ ਵਿੱਚ ਕਿੰਨੀ ਸੀ, ਇਹ ਚੀਜ਼ ਪੁੱਛ ਰਹੇ ਨੇ। ਇਹ ਹੈਗੀ ਸੀ ਭਾਈ 846। ਇਹ ਗੱਲ ਯਾਦ ਰੱਖਣੀ ਹੈ, 1000 ਮਗਰ 846। ਇਹ ਵੀ ਤੁਹਾਨੂੰ ਕਰਵਾ ਕੇ ਗਿਆ ਹੋਇਆ, ਥੋੜ੍ਹੇ ਜਿਹੇ ਤੁਹਾਨੂੰ ਪਹਿਲਾਂ ਹੀ ਕਰਵਾ ਕੇ ਗਿਆ ਹੈ ਪ੍ਰਸ਼ਨ ਮੈਂ, ਤਾਂ ਇਹ ਵੀ ਤੁਸੀਂ ਧਿਆਨ ਨਾਲ ਕਰ ਲੈਣਾ ਆਪਦਾ। ਇਸ ਤੋਂ ਬਾਅਦ ਬੱਚੋ ਅਗਲਾ ਪ੍ਰਸ਼ਨ ਆ ਗਿਆ, ਇਹ ਪੁੱਛਿਆ ਗਿਆ ਇਹਦੇ ਵਿੱਚ ਕਹਿੰਦੇ ਜਿਹੜੀ PV ਸੰਧੂ ਹੈ ਕਿਸ ਖੇਡ ਨਾਲ ਸੰਬੰਧਿਤ ਹੈ। ਇਹ ਵੀ ਤੁਹਾਨੂੰ ਕਰਵਾ ਕੇ ਗਿਆ ਹੋਇਆ ਕਰੰਟ ਅਫੇਅਰਾਂ ਦੇ ਵਿੱਚ ਸਪੈਸ਼ਲ, ਤੁਹਾਨੂੰ ਦੱਸ ਕੇ ਗਿਆ ਸੀ। ਕਈਆਂ ਨੇ ਹੋਰ ਵੀ ਨਾਮ ਲਿਖਾਏ ਸੀ, ਮੈਂ ਕਈ ਵਾਰੀ ਕਿ ਵੇਟ ਲਿਫਟ ਨਾਮ ਮੈਨੂੰ ਚਾਰੂ ਮੈਨੂੰ। ਠੀਕ ਹੈ, ਅਤੇ ਹੋਰ ਵੀ ਕਈ ਨਾਮ ਲਿਖਾ ਕੇ ਗਿਆ ਸੀ ਕਿ ਇਹਨਾਂ ਦੇ ਖੇਡਾਂ ਦੇ ਨਾਲ ਯਾਦ ਕਰ ਲਓ ਤੁਸੀਂ। ਠੀਕ ਹੈ, ਤਾਂ ਭਾਈ PV ਸੰਧੂ ਦਾ ਸੰਬੰਧ ਕਿਹੜੀ ਗੇਮ ਨਾਲ ਹੈਗਾ, ਤਾਂ ਇਹਦਾ ਸੰਬੰਧ ਹੈਗਾ ਭਾਈ ਆਪਣਾ ਬੈਡਮਿੰਟਨ ਦੇ ਨਾਲ। ਕੀ ਨਾਲ ਹੈ, ਬੈਡਮਿੰਟਨ ਦੇ ਨਾਲ ਹੈਗਾ। ਅਤੇ ਇੱਕ ਇਹ ਗੱਲ ਯਾਦ ਰੱਖਣੀ, ਦੂਸਰੇ ਪਾਸੇ
ਇਹਦਾ ਦੂਸਰਾ ਤੁਸੀਂ ਇਹ ਪਹਿਲੀ ਔਰਤ ਬਣੀ ਹੈ, ਫਸਟ ਵੂਮੈਨ ਹੈ ਜਿਹਨੇ ਓਲੰਪਿਕ ਦੇ ਵਿੱਚ ਸਿਲਵਰ ਮੈਡਲ ਜਿੱਤਿਆ ਸੀ। ਠੀਕ ਹੈ। ਇੱਕ ਗੱਲ ਇਹ ਦੂਸਰੀ ਪੂਰਾ ਨਾਮ ਦੇਖ ਲਓ ਕੀ ਹੈ। ਪੂਰਾ ਨਾਮ ਹੈਗਾ ਇਹਨਾਂ ਦਾ ਪੁਸਰਲਾ ਵੈਂਕਟਾ ਸਿੰਧੂ। ਇਹਨਾਂ ਦਾ ਪੂਰਾ ਨਾਮ ਹੈਗਾ PV ਸੰਧੂ। ਇਹ ਗੱਲ ਯਾਦ ਰੱਖਣੀ ਹੈ ਪੁੱਤਰੋ। ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ ਵੱਲ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਬੱਚੋ ਆਪਣੇ ਕੋਲ ਇਹਦੇ ਵਿੱਚ ਕਹਿੰਦੇ ਨੀਰਜ ਚੋਪੜਾ ਦੁਆਰਾ ਵਰਲਡ ਐਥਲੈਟਿਕ ਦੇ ਵਿੱਚ ਕਿੰਨਵਾਂ ਸਥਾਨ ਪ੍ਰਾਪਤ ਕੀਤਾ ਗਿਆ। ਤਾਂ ਇਹਨਾਂ ਦੁਆਰਾ ਭਾਈ ਜਿਹੜਾ ਸਥਾਨ ਪ੍ਰਾਪਤ ਕੀਤਾ ਗਾ ਉਹ ਵਰਲਡ ਦੇ ਵਿੱਚ ਦੁਨੀਆ ਦੇ ਵਿੱਚ ਇਹਨਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਗਾ। ਤਾਂ ਇਹ ਪ੍ਰਸ਼ਨ ਵੀ ਪੇਪਰ ਦੇ ਵਿੱਚ ਭਾਈ ਆਇਆ ਹੋਇਆ ਗਾ। ਠੀਕ ਹੈ ਜੀ। ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਅਗਲਾ ਪ੍ਰਸ਼ਨ। ਇਹਦੇ 'ਚ ਪੁੱਛਿਆ ਗਿਆ ਭਾਈ ਕਿ 49 ਕਿਲੋ ਕੈਟਾਗਰੀ ਦੇ ਵਿੱਚ ਜਿਹੜੀ ਆਪਣੇ ਟੋਕੀਓ ਓਲੰਪਿਕ ਹੋਈਆਂ ਗਈਆਂ, ਠੀਕ ਹੈ, ਉਹਦੇ ਵੇਟ ਲਿਫਟਰ ਦੇ ਵਿੱਚ ਸਿਲਵਰ ਮੈਡਲ ਕਿਸ ਨੂੰ ਮਿਲਿਆ। ਇਹ ਤੁਹਾਨੂੰ ਕਰਵਾਇਆ ਹੋਇਆ ਕਰੰਟ ਅਫੇਅਰ। ਇਹ ਤੁਹਾਨੂੰ ਦੱਸ ਕੇ ਗਿਆ ਸੀ ਭਾਈ ਮੀਰਾਬਾਈ ਚਾਨੂ ਨੇ ਇੱਕ ਤੁਹਾਨੂੰ 2 ਪ੍ਰਸ਼ਨ ਕਰਵਾ ਕੇ ਗਿਆ ਸੀ। ਇੱਕ ਤਾਂ ਮੈਂ ਤੁਹਾਨੂੰ ਇਹ ਕਿਹਾ ਸੀ ਕਿ ਇਹਦਾ ਸੰਬੰਧ ਦੇਖ ਲਓ ਕਿਹੜੀ ਗੇਮ ਨਾਲ ਹੈ। ਦੂਸਰੇ ਪਾਸੇ ਨੇ ਟੋਕੀਓ ਓਲੰਪਿਕ ਦੇ ਵਿੱਚ ਸਿਲਵਰ ਮੈਡਲ ਜਿੱਤਿਆ ਗਾ। ਇਹ ਗੱਲ ਵੀ ਯਾਦ ਰੱਖਿਓ ਕਿਹੜੀ KG ਦੇ ਵਿੱਚ, 49 KB ਦੇ ਵਿੱਚ। ਠੀਕ ਹੈ। ਇਹ ਕਿਹੜੀ ਸਟੇਟ ਨਾਲ ਸੰਬੰਧ ਰੱਖਦੀ ਹੈ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਗਾ। ਠੀਕ ਹੈ ਜੀ। ਹਰਿਆਣਾ ਨਾਲ ਸੰਬੰਧ ਰੱਖਦੀ ਹੈ, ਕਿਸੇ ਹੋਰ ਸਟੇਟ ਨਾਲ ਸੰਬੰਧ ਰੱਖਦੀ ਹੈ, ਇਹ ਤੁਸੀਂ ਦੱਸੋ ਮੈਨੂੰ ਕਮੈਂਟਾਂ ਦੇ ਵਿੱਚ। ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਇਸ ਤੋਂ ਬਾਅਦ ਆ ਗਿਆ ਆਪਾਂ ਅਗਲੇ ਪ੍ਰਸ਼ਨ 'ਤੇ। ਦੇਖੋ ਬੱਚੋ ਇਹ ਪ੍ਰਸ਼ਨ ਤੁਹਾਨੂੰ ਕਰਵਾਇਆ ਹੋਇਆ ਮੈਂ, ਇਹ ਵੀ ਕਰਵਾਇਆ ਹੋਇਆ ਤੁਹਾਨੂੰ। ਇੱਕ ਤੁਹਾਡਾ ਅਨੁਸੂਚੀਆਂ ਕਰਵਾਈਆਂ ਹੋਈਆਂ ਤੁਹਾਨੂੰ 12 ਅਨੁਸੂਚੀਆਂ ਮੈਂ ਯਾਦ ਰੱਖਿਓ 12 ਅਨੁਸੂਚੀਆਂ ਕਰਵਾਈਆਂ। ਉਹਦੇ ਵਿੱਚ ਤੁਹਾਨੂੰ ਮੈਂ ਕਰਵਾ ਕੇ ਗਿਆ ਹੋਇਆ ਇਹ ਕਿ ਜੇ ਟਰੈਵਲ ਏਰੀਆ ਆਪਣਾ, ਠੀਕ ਹੈ, ਅਸਾਮ, ਮੇਘਾਲਿਆ, ਮਣੀਪੁਰ, ਠੀਕ ਹੈ, ਇਹ ਕਰਵਾ ਕੇ ਗਿਆ ਹੋਇਆ ਮੈਂ ਤੁਹਾਨੂੰ। ਇਹ ਟਰੈਕ ਨਾਲ ਯਾਦ ਕਰਵਾਇਆ ਸੀ ਕਿ ਟਾਈਮ ਤੋਂ ਯਾਦ ਕਰ ਲਓ। ਤਾਂ ਇਹ ਆਪਣੇ 6th ਸ਼ਡਿਊਲ ਹੈ ਜਿਹੜਾ 6ਵੀਂ ਅਨੁਸੂਚੀ ਹੈ ਉਹਦੇ ਵਿੱਚ ਕਰਵਾਇਆ ਹੋਇਆ ਸਾਰਾ ਕੁਛ ਇਹ। ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਇਹਦੇ ਬਾਰੇ ਕਰਵਾਇਆ ਹੋਇਆ 6 ਦੇ ਵਿੱਚ ਤੁਹਾਨੂੰ ਮੈਂ। ਅਤੇ ਜਿਹੜੇ ਬੱਚੇ ਨੇ ਨਹੀਂ ਕੀਤਾ ਤਾਂ ਭਾਈ ਕਰ ਲਿਓ ਉਹ। ਠੀਕ ਹੈ। ਇਹ ਵੀ ਆਪਣਾ ਆਪਰੇਸ਼ਨ ਹੋਇਆ ਵਾ। ਬਹੁਤ ਆਪਰੇਸ਼ਨ ਹੈ ਜਿਹੜੇ ਤੁਹਾਨੂੰ ਕਰਵਾਏ ਹੋਏ ਆਏ ਹੈ। ਤਾਂ ਜਿਹੜੇ ਬੱਚੇ ਨਵੇਂ ਆ ਭਾਈ ਉਹਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ, ਵਿਸ਼ਵਾਸ ਕਰਕੇ ਜਿੰਨੇ ਮੇਰੇ ਲੈਕਚਰ ਲੱਗੇ ਹੋਏ ਆ ਸਾਰੇ ਇੱਕ ਵਾਰੀ ਚੰਗੀ ਤਰ੍ਹਾਂ ਫੇਰ ਲਓ। ਕਹਿਣਾ ਮਤਲਬ ਜਿਹੜਾ ਕੁਛ ਮੈਂ ਕਰਵਾਇਆ ਹੋਇਆ ਉਹ ਤੁਹਾਡੇ ਉਂਗਲਾਂ 'ਤੇ ਹੋਣਾ ਚਾਹੀਦਾ। ਤੁਹਾਡਾ ਪੇਪਰ ਕਲੀਅਰ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਠੀਕ ਹੈ। 35 ਨੰਬਰਾਂ ਦੀ ਗਰੰਟੀ ਲਈ ਜਾਂਦੇ ਆ ਪੁੱਤਰੋ, ਹੋਰ ਕਾਹਦੀ ਗਰੰਟੀ ਚਾਹੀਦਾ ਤੁਹਾਨੂੰ, ਵੀ ਫ੍ਰੀ ਦੇ ਵਿੱਚ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਬੱਚੋ ਬਾਈ ਕੈਮਰਾ ਸਟੇਟ। ਬਾਈ ਕੈਮਰਾ ਸਟੇਟਾਂ ਕਿਹੜੀਆਂ ਹੁੰਦੀਆਂ, ਜਿੱਥੇ ਵਿਧਾਨ ਸਭਾ ਵੀ ਹੋਵੇ ਅਤੇ ਜਿੱਥੇ ਵਿਧਾਨ ਪਰਿਸ਼ਦ ਵੀ ਹੋਵੇ। ਇਹ ਵੀ ਤੁਹਾਨੂੰ ਕਰਵਾ ਕੇ ਗਿਆ ਹੋਇਆ ਮੈਂ ਪਾਰਲੀਮੈਂਟ ਵਾਲੇ ਚੈਪਟਰ ਦੇ ਵਿੱਚ। ਸੇਮ ਟੂ ਸੇਮ ਚੀਜ਼ਾਂ ਪਈਆਂ। ਦੇਖੋ ਇੱਕ ਤਾਂ ਬੰਦਾ ਹੁੰਦਾ ਕਿ ਬਾਅਦ ਵਿੱਚ ਕਹੀ ਜਾਂਦਾ ਕਿ ਵੀ ਕਰਵਾਇਆ ਹੋਇਆ। ਮੈਂ ਤੁਹਾਨੂੰ ਨਾਲ ਪ੍ਰੂਫ ਵੀ ਦਿੰਦਾ ਗਾ ਕਿ ਭਾਈ ਮੇਰੀ ਇੱਕ ਵਿਧਾਨ ਸਭਾ ਵਾਲੀ ਵੀਡੀਓ ਹੈਗੀ ਉਹ ਕਰਵਾਈ ਹੋਈ ਹੈ। ਉਹਦੇ ਵਿੱਚ ਜਾ ਕੇ ਸਾਰੇ ਬੱਚੇ ਪਾਰਲੀਮੈਂਟਰੀ ਸੰਸਥਾ ਵਾਲੀ ਵੀਡੀਓ ਦੇ ਵਿੱਚ ਜਾ ਕੇ ਦੇਖ ਲੈਣ। ਇਹ ਚੀਜ਼ ਮੈਂ ਕਰਵਾ ਕੇ ਗਿਆ ਗਾ। ਬਾਈ ਕੈਮਰੇ ਸਟੇਟ ਆਪਣੇ 6 ਹੈਗੀਆਂ। ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਇੱਕ ਪ੍ਰਸ਼ਨ ਹੋਰ ਪੁੱਛਿਆ ਗਿਆ ਸੀ ਅੰਮ੍ਰਿਤਾ ਪ੍ਰੀਤਮ ਨਾਲ ਰਿਲੇਟਡ ਸੀ। ਠੀਕ ਹੈ। ਉਹ ਮੈਂ ਗਾਹਾਂ ਦੇਖ ਲਿਆ ਕਿਹੜਾ ਪੁੱਛਿਆ ਗਿਆ ਸੀ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆਪਣੇ ਕੋਲ ਆ ਗਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ 2 ਵੀਲਰ, ਠੀਕ ਹੈ, ਜੇ ਆਪਾਂ ਖਰੀਦਦੇ ਹਾਂ ਟੈਂਪੂ ਜਾਂ ਕੋਈ ਵੀ 2 ਵੀਲਰ ਚੀਜ਼ ਹੈ, ਇਹਦੇ ਵਾਸਤੇ ਇੱਕ ਸਕੀਮ ਚਲਾਈ ਗਈ ਹੈ। ਠੀਕ ਹੈ। ਜਿਹੜੀ ਸਕੀਮ ਚਲਾਈ ਗਈ ਸੀ ਸਕੀਮ ਦਾ ਕੀ ਨਾਮ ਆਗਾ। ਠੀਕ ਹੈ। ਤਾਂ ਇਹ ਭਾਈ ਚਲਾਇਆ ਗਿਆ ਸੀ ਆਪਣੀ ਗੱਡੀ ਆਪਣਾ ਰੁਜ਼ਗਾਰ। ਠੀਕ ਹੈ। ਆਪਣੀ ਗੱਡੀ ਆਪਣਾ ਰੁਜ਼ਗਾਰ ਇਹ ਚਲਾਇਆ ਗਿਆ ਸੀ ਪੰਜਾਬ ਵੱਲੋਂ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਇਸ 'ਤੇ ਇੱਕ ਪ੍ਰਸ਼ਨ ਹੋਰ ਪੁੱਛਿਆ ਗਿਆ ਸੀ ਕਿ ਜਿਹੜਾ ਆਪਣਾ ਪੈਪਸੂ ਸੀ, ਠੀਕ ਹੈ, ਪੈਪਸੂ ਸੀ ਜਿਹੜਾ ਉਹਦਾ ਜਿਹੜਾ ਆਪਣਾ ਉਹ ਕਰਿਆ ਸੀ ਰਾਜ ਪ੍ਰਮੁੱਖ ਕੀਤਾ ਸੀ, ਇਹ ਕਿਸ ਨੇ ਕੀਤਾ ਸੀ, ਰਾਜ ਪ੍ਰਮੁੱਖ। ਇਹ ਤੁਹਾਨੂੰ ਪਤਾ ਗਾ ਇਹਦੀ ਡਿਮਾਂਡ ਕਿਹੜੀ ਰੱਖੀ ਸੀ ਪੈਪਸੂ ਦੀ, ਇਹਦੀ ਡਿਮਾਂਡ ਰੱਖੀ ਸੀ ਜਵਾਹਰ ਲਾਲ ਨਹਿਰੂ ਨੇ। ਠੀਕ ਹੈ। ਜਿਹੜਾ ਰਾਜ ਪ੍ਰਮੁੱਖ ਕੀਤਾ ਸੀ ਇਹ ਕੀਤਾ ਸੀ ਮਹਾਰਾਜਾ ਯਾਦਵਿੰਦਰਾ ਨੇ। ਇੱਕ ਤੁਹਾਨੂੰ ਕਰਵਾ ਕੇ ਗਿਆ ਸੀ ਕਿ ਵੀ ਉਪ ਰਾਜ ਪ੍ਰਮੁੱਖ ਪੁੱਛ ਲੈਣ, ਜਗਤਜੀਤ ਸਿੰਘ। ਠੀਕ ਹੈ। ਇਹ ਤਿੰਨੇ ਚੀਜ਼ਾਂ ਤੁਹਾਨੂੰ ਕਰਵਾ ਕੇ ਗਿਆ। ਇਹ ਵੀ ਤੁਸੀਂ ਨੋਟਸ ਚੈੱਕ ਕਰ ਲਓ, ਉਹਦੇ ਵਿੱਚ ਇਹ ਪ੍ਰਸ਼ਨ ਤੁਹਾਡੇ ਸਾਹਮਣੇ ਰਿਪੀਟ ਹੋਊਗਾ। ਠੀਕ ਹੈ ਜੀ। ਅਤੇ ਇਹ ਗੱਲ ਯਾਦ ਰੱਖਣੀ ਹੈ। ਅਤੇ ਇਸ ਤੋਂ ਬਾਅਦ ਇੱਕ ਪ੍ਰਸ਼ਨ ਹੋਰ ਪੁੱਛਿਆ ਗਿਆ ਪੇਪਰ ਦੇ ਵਿੱਚ, ਕਹਿੰਦੇ ਸਭ ਤੋਂ ਜ਼ਿਆਦਾ ਦੂਰੀ ਪੰਜਾਬ ਦੇ ਵਿੱਚ ਕਿਹੜਾ ਦਰਿਆ ਕਰਦਾ ਗਾ। ਸਭ ਤੋਂ ਜ਼ਿਆਦਾ ਪੰਜਾਬ ਦੀ ਦੂਰੀ ਕਿਹੜਾ ਦਰਿਆ ਤੈਅ ਕਰਦਾ ਗਾ। ਤਾਂ ਇਹ ਕਰਦਾ ਆਪਣਾ ਸਤਲੁਜ ਦਰਿਆ। ਠੀਕ ਹੈ। ਇਹ ਗੱਲ ਦੱਸਦੇ ਸਤਲੁਜ ਦਰਿਆ ਜਿਹੜਾ ਉਹ ਪੰਜਾਬ ਨਾਲ ਸਭ ਤੋਂ ਜ਼ਿਆਦਾ ਉਹ ਆਪਦਾ ਤੈਅ ਕਰਦਾ ਗਾ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਇਸ ਤੋਂ ਬਾਅਦ ਇੱਕ ਪ੍ਰਸ਼ਨ ਹੋਰ ਪੁੱਛਿਆ ਗਿਆ ਸੀ ਮਿੰਨੀ ਕੌਨਸਟੀਟਿਊਸ਼ਨ ਕਿਹੜੇ ਆਰਟੀਕਲ ਨੂੰ ਕਿਹਾ ਗਿਆ। ਇਹ ਪ੍ਰਸ਼ਨ ਵੀ ਤੁਹਾਨੂੰ ਮੈਂ ਕਰਵਾ ਕੇ ਗਿਆ ਹੋਇਆ ਭਾਈ ਮਿੰਨੀ ਕੌਨਸਟੀਟਿਊਸ਼ਨ ਵਾਲਾ। ਠੀਕ ਹੈ। ਤੁਹਾਨੂੰ ਦੱਸਿਆ ਨਹੀਂ ਸੀ ਕਿ 42ਵਾਂ ਜਿਹੜਾ ਆਪਣਾ ਅਮੈਂਡਮੈਂਟ ਹੋਇਆ ਸੀ ਉਹਨੂੰ ਮਿੰਨੀ ਕੌਨਸਟੀਟਿਊਸ਼ਨ ਕਿਹਾ ਜਾਂਦਾ ਗਾ, 42ਵੇਂ ਅਮੈਂਡਮੈਂਟ ਨੂੰ। ਇਹ ਗੱਲ ਯਾਦ ਰੱਖਣੀ ਹੈਗੀ। ਠੀਕ ਹੈ। ਇਸ ਤੋਂ ਬਾਅਦ ਇੱਕ ਪ੍ਰਸ਼ਨ ਹੋਰ ਆਇਆ ਵਾ ਕਿ ਜਿਹੜਾ ਗਵਰਨਰ ਹੁੰਦਾ ਆਪਣਾ
ਗਵਰਨਰ ਦੀ ਸ਼ਕਤੀ ਕਾਹਦੇ 'ਚ ਹੁੰਦੀ 161 ਦੇ ਵਿੱਚ ਹੁੰਦੀ ਹੈ। ਤਾਂ ਗਵਰਨਰ ਦੀ ਉਮਰ ਕਿੰਨੀ ਹੁੰਦੀ ਹੈ 35 ਸਾਲ ਉਮਰ ਹੁੰਦੀ ਹੈ ਗਵਰਨਰ ਦੀ। ਅਤੇ ਇੱਕ ਤੁਹਾਨੂੰ ਇਹ ਵੀ ਕਰਵਾ ਕੇ ਕਿਹਾ ਸੀ ਗਵਰਨਰ ਨੂੰ ਰਾਸ਼ਟਰਪਤੀ ਜਦੋਂ ਵੀ ਚਾਹੇ ਹਟਾ ਸਕਦਾ ਗਾ। ਠੀਕ ਹੈ। ਦੂਸਰੀ ਗੱਲ ਗਵਰਨਰ ਉਹ ਸਟੇਟ ਦਾ ਹੋਊਗਾ ਜਿਹੜੀ ਸਟੇਟ ਦਾ ਗਵਰਨਰ ਨਾਗਰਿਕ ਹੋਊਗਾ। ਠੀਕ ਹੈ। ਵੋਟ ਬਣੀ ਹੋਊਗੀ ਉਹ ਸਟੇਟ ਦਾ ਉਹਨੂੰ ਕਦੇ ਵੀ ਗਵਰਨਰ ਨਹੀਂ ਲਾਉਣਗੇ। ਇਹ ਗੱਲ ਵੀ ਤੁਸੀਂ ਯਾਦ ਰੱਖਣੀ ਹੈ। ਠੀਕ ਹੈ। ਅਤੇ ਇਸ ਤੋਂ ਬਾਅਦ ਇੱਕ ਪੋਜੀਸ਼ਨ ਹੋਰ ਆਉਂਦਾ ਸੀ ਪੇਪਰ ਦੇ ਵਿੱਚ, ਕਹਿੰਦੇ ਰਸੀਦੀ ਟਿਕਟ। ਇਹ ਵੀ ਤੁਹਾਨੂੰ ਕਰਵਾ ਕੇ ਗਿਆ ਹੋਇਆਗਾ ਕਿ ਰਸੀਦੀ ਟਿਕਟ ਕਿਸ ਦੀ ਲਿਖੀ ਹੋਈ ਹੈ, ਰਸੀਦੀ ਟਿਕਟ ਕਿਸ ਦੀ ਰਚਨਾ ਹੈ। ਤਾਂ ਇਹ ਰਚਨਾ ਹੈਗੀ ਆ ਭਾਈ ਅੰਮ੍ਰਿਤਾ ਪ੍ਰੀਤਮ ਦੀ। ਅੰਮ੍ਰਿਤਾ ਪ੍ਰੀਤਮ ਨੂੰ ਗਿਆਨਪੀਠ ਪੁਰਸਕਾਰ ਵੀ ਮਿਲਿਆ ਹੋਇਆ ਹੈਗਾ। ਠੀਕ ਹੈ। ਇਹ ਗੱਲ ਵੀ ਤੁਸੀਂ ਯਾਦ ਰੱਖਣੀ ਹੈ। ਇਸ ਤੋਂ ਬਾਅਦ ਇਹ ਪੋਜੀਸ਼ਨ ਬਹੁਤ ਇੰਪੋਰਟੈਂਟ ਪੱਧਰ 'ਤੇ ਪੁੱਛੇ ਗਏ ਹੈਗੇ। ਠੀਕ ਹੈ। ਬਾਕੀ ਸਵਾਲ ਕਿਹੜੇ ਕਿਹੜੇ ਆਏ, ਸਿੰਪਲੀਫਿਕੇਸ਼ਨ ਦੇ ਸਵਾਲ ਪਾਏ ਗਏ ਆ ਭਾਈ। ਡੈਸੀਮਲ ਵੀ ਤੁਹਾਨੂੰ ਕਰਵਾਇਆ ਹੋਇਆ ਗਾ। ਡੈਸੀਮਲ ਦੇ ਵਿੱਚ ਬੌਡ ਮਾਸ ਆ ਗਿਆ, SI ਹੋ ਗਿਆ, CI ਹੋ ਗਿਆ। ਠੀਕ ਹੈ। ਅਤੇ ਟਾਈਮ ਐਂਡ ਵਰਕ। ਤਾਂ ਇਹਦੇ ਸਵਾਲ ਪਰਸੈਂਟੇਜ ਇਹਨੇ ਸਵਾਲ ਆਏ ਹੋਏ ਆ ਪੇਪਰ ਦੇ ਵਿੱਚ। ਠੀਕ ਹੈ ਬੱਚਿਓ। ਤਾਂ ਜਿਹੜਾ ਬੱਚਾ ਕੋਈ ਨਵਾਂ ਭਾਈ ਉਹ ਆਪਣੀਆਂ ਕਲਾਸਾਂ ਲਾ ਸਕਦਾ ਗਾ। ਬਹੁਤ ਪੇਪਰ ਕਰਵਾਇਆ ਹੋਇਆ ਹੈਗਾ। ਅਤੇ ਤੁਸੀਂ ਇੰਨੀ ਗਰੰਟੀ ਲੈਂਦਾ ਕਿ ਕਾਂਸਟੇਬਲ ਦਾ ਜਿਹੜੇ ਬੱਚੇ ਆਪਾਂ ਤੋਂ ਤਿਆਰੀ ਕਰੀ ਜਾਂਦੇ ਆ ਇਸ ਟਾਈਮ ਜਾਂ ਕਰ ਰਹੇ ਨੇ। ਠੀਕ ਹੈ। ਜਿਹੜੇ ਬੱਚੇ ਨੇ ਸਾਰਾ ਸਿਲੇਬਸ ਕਵਰ ਕਰ ਲਿਆ ਤਾਂ ਇਹ ਸਮਝ ਲਓ ਕਿ ਜਿਹੜੇ ਬੱਚੇ ਨੇ ਇਕੱਲੀ ਚੀਜ਼ ਪੜ੍ਹ ਲਈ, ਜਿਹੜੀਆਂ ਚੀਜ਼ਾਂ ਅੱਜ ਦੇ ਪੇਪਰ 'ਚ ਆਈਆਂ ਗਈਆਂ, ਤਾਂ 80 ਤੋਂ 90 ਨੰਬਰ ਦਾ ਪੇਪਰ ਆਪਣਾ ਕਰਵਾਇਆ ਹੋਇਆ ਹੀ ਆਊਗਾ। ਠੀਕ ਹੈ। ਇੰਨੀ ਗਰੰਟੀ ਮਿਲ ਰਹੀ ਹੈ ਤੁਹਾਨੂੰ, ਅਤੇ ਉਹ ਵੀ ਫ੍ਰੀ ਦੇ ਵਿੱਚ ਕਰਵਾ ਰਹੇ ਆ ਪੁੱਤਰੋ। ਜੇ ਕਿਸੇ ਦਾ ਕੋਈ ਮੌਕਾ ਸੰਭਾਲ ਸਕਦਾ ਸੰਭਾਲ ਲਓ। ਠੀਕ ਹੈ। ਬਾਅਦ ਵਿੱਚ ਪਛਤਾਉਣ ਤੋਂ ਬਿਨਾਂ ਆਪਣੇ ਕੋਲ ਕੁਛ ਨਹੀਂ ਰਹਿਣਾ, ਅਤੇ ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ। ਇੱਕ ਪੋਜੀਸ਼ਨ ਤੁਹਾਨੂੰ ਹੋਰ ਵੀ ਕਰਵਾ ਕੇ ਗਿਆ ਸੀ, ਮੈਂ ਥੋੜ੍ਹੇ ਦਿਨ ਹੋ ਗਏ ਉੱਦੇ ਵੀ ਕਰਵਾ ਕੇ ਆਇਆ ਸੀ। ਕਹਿੰਦੇ ਜਿਹੜਾ ਈਸਟ ਪੰਜਾਬ ਆਪਣੇ ਪੰਜਾਬ ਦੀ ਜਦੋਂ ਵੰਡ ਹੋਈ ਸੀ, ਇੱਕ ਪੰਜਾਬ ਨੂੰ ਆਪਾਂ ਈਸਟ ਪੰਜਾਬ ਕਹਿੰਦੇ ਸੀ ਅਤੇ ਇੱਕ ਪਾਸੇ ਨੂੰ ਆਪਾਂ ਕਹਿੰਦੇ ਸੀ ਵੈਸਟ ਪੰਜਾਬ, ਕਹਿੰਦਾ ਮਤਲਬ ਪਾਕਿਸਤਾਨ ਨੂੰ। ਕਹਿੰਦੇ ਈਸਟ ਪੰਜਾਬ ਕਿਦੋਂ ਕਿਹਾ ਜਾਣ ਲੱਗ ਪਿਆ, 1950 ਤੋਂ ਬਾਅਦ ਪੰਜਾਬ ਨੂੰ ਇਕੱਲਾ ਪੰਜਾਬ ਕਿਹਾ ਜਾਣ ਲੱਗ ਪਿਆ। ਈਸਟ ਏਰੀਆ ਮੂਹਰੋਂ ਕੱਟਿਆ ਗਿਆ ਸੀ। ਇਹ ਆਪਰੇਸ਼ਨ ਵੀ ਤੁਹਾਨੂੰ ਮੈਂ ਥੋੜ੍ਹੇ ਕੁ ਦਿਨ ਹੋ ਗਏ ਉੱਦਾਂ ਹੀ ਕਰਵਾ ਕੇ ਗਿਆ ਗਾ। ਮੈਨੂੰ ਤਾਂ ਤੁਸੀਂ ਐਂ ਕਰੋਗੇ, ਮੈਨੂੰ ਤਾਂ ਇਹ ਲੱਗਦਾ ਕਿ ਜਿਹੜੇ ਵੀਡੀਓ ਪਾਉਂਦੇ ਆਪਣੇ ਪੇਪਰ ਦੇਖ ਤਾਂ ਨਹੀਂ ਪਾਈ ਜਾਂਦੇ ਕਿਤੇ। ਠੀਕ ਹੈ। ਕਿਉਂਕਿ ਜਿੰਨੇ ਵੀ ਆਪਰੇਸ਼ਨ ਆ ਰਹੇ ਬਹੁਤ ਜ਼ਿਆਦਾ ਆਪਣੇ ਕਰਵਾਏ ਹੋਏ ਆਦੇ, ਜਿਹੜਾ ਸੇਮ ਟੂ ਸੇਮ ਆ ਰਹੇ ਆ। ਠੀਕ ਹੈ। ਅਤੇ ਉਹੀ ਆਪਰੇਸ਼ਨ ਜਿਹੜੇ ਕਰਵਾ ਕੇ ਗਏ, ਜਿਹੜਾ ਐਂ ਲੱਗਦਾ ਕਿ ਜਿਵੇਂ ਜਿਹੜੇ ਕਰਵਾ ਕੇ ਗਏ ਉਹੀ ਕਿਵੇਂ ਆਈ ਜਾਂਦੇ ਹੈਗੇ। ਮੈਨੂੰ ਵੀ ਆਪਦੇ ਆਪ ਨੂੰ ਇਹ ਚੀਜ਼ ਫੀਲ ਹੁੰਦੀ ਹੈ ਕਿ ਇੰਨਾ ਕਰਵਾਇਆ ਹੋਇਆ ਪੇਪਰ ਕਿਵੇਂ ਆ ਜਾਊਗਾ। ਠੀਕ ਹੈ ਪੁੱਤਰੋ। ਅਤੇ ਤਾਂ ਕਰਕੇ ਕੰਮ ਦੱਬੀ ਰੱਖੋ ਅਤੇ ਤੁਹਾਡਾ ਮੰਜ਼ਿਲ ਨੇੜੇ। ਜਿਹੜੇ ਬੱਚੇ ਨੇ ਇੱਕ ਗੱਲ ਹੋਰ ਕਹਿਣਾ, ਜਿੰਨਾ ਕੁਛ ਮੈਂ ਕਰਵਾਇਆ ਹੋਇਆ ਇੱਕ ਵਾਰੀ ਚੰਗੀ ਤਰ੍ਹਾਂ 99.99 ਜਿਹੜੀ ਚੀਜ਼ ਕਰਵਾਈ ਹੈ ਉਹ ਤਾਂ ਪੂਰੀ ਉਂਗਲਾਂ 'ਤੇ ਹੋਣੀ ਚਾਹੀਦੀ ਹੈ ਤੁਹਾਡੇ। ਠੀਕ ਹੈ। ਤਾਂ ਤੁਹਾਡਾ ਪੇਪਰ ਕਲੀਅਰ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਇਹ ਤੁਹਾਡੇ ਨਾਲ ਆਪਣਾ ਵਾਅਦਾ ਹੈਗਾ। ਠੀਕ ਹੈ ਮਿੱਤਰੋ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ। ਧੰਨਵਾਦ ਮੇਰੇ ਦੋਸਤੋ। ਜਿਉਂਦੇ ਵੱਸਦੇ ਰਹੋ।